ਇਸ ਵੀਡੀਓ ਰਾਹੀਂ ਅਸੀਂ ਪਾਠ ਨੰਬਰ 11 ਜੋ ਕਿ ਪਹਿਲਾਂ 14 ਸੀ, ਦਸਤਕਾਰੀ ਅਤੇ ਉਦਯੋਗ ਹੈਂਡੀਕ੍ਰਾਫਟ ਐਂਡ ਇੰਡਸਟਰੀ ਦੇ ਕੁਐਸਚਨ ਆਨਸਰ ਅੰਗਰੇਜ਼ੀ ਅਤੇ ਪੰਜਾਬੀ ਦੋਵਾਂ ਹੀ ਮਾਧਿਅਮਾਂ ਰਾਹੀਂ ਕਰਾਂਗੇ। ਪਹਿਲਾ ਕੁਐਸਚਨ, ਭਾਰਤ ਦੇ ਲਘੂ ਉਦਯੋਗਾਂ ਦੇ ਪਤਨ ਦੇ ਦੋ ਕਾਰਨ ਲਿਖੋ। ਰਾਈਟ ਡਾਊਨ ਦਾ 2 ਰੀਜ਼ਨਸ ਆਫ ਡਿਕਲਾਈਨ ਆਫ ਸਮਾਲ ਸਕੇਲ ਇੰਡਸਟਰੀਜ਼ ਇਨ ਇੰਡੀਆ। 19ਵੀਂ ਸਦੀ ਵਿੱਚ ਭਾਰਤ ਵਿੱਚ ਛੋਟੇ ਉਦਯੋਗਾਂ ਦਾ ਪਤਨ ਹੋਇਆ ਸੀ। 19ਵੀਂ ਸਦੀ ਵਿੱਚ ਅੰਗਰੇਜ਼ੀ ਰਾਜ ਸਥਾਪਿਤ ਹੋ ਗਿਆ ਸੀ ਅਤੇ ਇੰਗਲੈਂਡ ਦੇ ਵਿੱਚ ਉਦਯੋਗਿਕ ਕ੍ਰਾਂਤੀ ਆਈ ਸੀ। ਤਾਂ ਦੋਨੇ ਹੀ ਕਾਰਨ ਨੇ ਭਾਰਤ ਦੇ ਲਘੂ ਛੋਟੇ ਉਦਯੋਗਾਂ ਦੇ ਪਤਨ 'ਤੇ। 19ਵੀਂ ਸਦੀ ਵਿੱਚ ਇੰਗਲੈਂਡ ਦੇ ਵਿੱਚ ਉਦਯੋਗਿਕ ਕ੍ਰਾਂਤੀ ਪੂਰੀ ਆਈ, ਜਿਸ ਦੇ ਕਾਰਨ ਭਾਰਤ ਦੇ ਵਿੱਚੋਂ ਕੱਚਾ ਮਾਲ ਇੰਗਲੈਂਡ ਜਾਣ ਲੱਗਾ ਅਤੇ ਉੱਥੋਂ ਬਣਿਆ ਤਿਆਰ ਮਾਲ ਭਾਰਤ ਵਿੱਚ ਆਉਣ ਲੱਗਾ। ਤਾਂ 19ਵੀਂ ਸਦੀ ਦੇ ਵਿੱਚ ਛੋਟੇ ਉਦਯੋਗਾਂ ਦਾ ਪਤਨ ਹੋਣਾ ਸ਼ੁਰੂ ਹੋਇਆ। ਤਾਂ ਭਾਰਤ ਦੇ ਲਘੂ ਉਦਯੋਗਾਂ ਦੇ ਪਤਨ ਦੇ ਦੋ ਕਾਰਨ। ਸਭ ਤੋਂ ਪਹਿਲੀ ਗੱਲ, ਦੇਸੀ ਰਿਆਸਤਾਂ ਦੀ ਸਮਾਪਤੀ। ਜਦੋਂ ਭਾਰਤ ਗੁਲਾਮ ਨਹੀਂ ਸੀ ਤਾਂ ਰਾਜੇ ਮਹਾਰਾਜਿਆਂ ਦਾ ਰਾਜ ਹੁੰਦਾ ਸੀ। ਤਾਂ ਉਹ ਰਾਜੇ ਘਰੇਲੂ ਉਦਯੋਗਾਂ ਤੋਂ ਬਣੇ ਮਾਲ ਦੀ ਬੜੀ ਮਹਿੰਗੀ ਕੀਮਤ ਦੇ ਕੇ ਵਰਤੋਂ ਕਰਿਆ ਕਰਦੇ ਸਨ, ਜਿਵੇਂ ਜੁੱਤੀਆਂ, ਮਹਿੰਗੇ ਮਹਿੰਗੇ ਵਸਤਰ। ਪਰ ਅੰਗਰੇਜ਼ਾਂ ਦੀਆਂ ਨੇ ਅਜਿਹੇ ਜਿਹੇ ਢੰਗ ਅਪਣਾਏ ਜਿਸ ਨਾਲ ਦੇਸੀ ਰਿਆਸਤਾਂ ਨੂੰ ਖਤਮ ਕਰ ਦਿੱਤਾ ਗਿਆ ਅਤੇ ਉਹਨਾਂ ਦੇ ਖੇਤਰਾਂ ਨੂੰ ਅੰਗਰੇਜ਼ੀ ਸਮਰਾਜ ਦੇ ਵਿੱਚ ਮਿਲਾ ਲਿਆ ਗਿਆ। ਦੇਸੀ ਰਿਆਸਤਾਂ ਦੀ ਸਮਾਪਤੀ ਲਘੂ ਉਦਯੋਗਾਂ ਦੇ ਪਤਨ ਦਾ ਪਹਿਲਾ ਕਾਰਨ ਸੀ, ਮੁੱਖ ਕਾਰਨ। ਮਸ਼ੀਨੀ ਵਸਤਾਂ ਦੀ ਸਫਾਈ ਵੱਧ ਹੋਣਾ। ਬੈਟਰ ਫਿਨਿਸ਼ਿੰਗ ਆਫ ਮਸ਼ੀਨ ਮੇਡ ਗੁੱਡਸ। ਜਿਹੜੀਆਂ ਵਸਤਾਂ ਮਸ਼ੀਨਾਂ ਬਣਾਉਂਦੀਆਂ ਸਨ ਉਹਨਾਂ ਦੀ ਸਫਾਈ ਜ਼ਿਆਦਾ ਹੁੰਦੀ ਸੀ ਲਘੂ ਘਰੇਲੂ ਉਦਯੋਗਾਂ ਦੇ ਬਣੇ ਮਾਲ ਦੇ ਮੁਕਾਬਲੇ। ਹੋਰ ਵੀ ਕਾਰਨ ਅਸੀਂ ਲਿਖ ਸਕਦੇ ਹਾਂ। ਭਾਰਤੀ ਲਘੂ ਉਦਯੋਗਾਂ ਦੁਆਰਾ ਤਿਆਰ ਵਸਤਾਂ ਦਾ ਮੁੱਲ ਵੱਧ ਸੀ, ਕਿਉਂਕਿ ਉਹਨਾਂ ਨੂੰ ਬਣਾਉਣ 'ਤੇ ਜ਼ਿਆਦਾ ਮਿਹਨਤ ਹੁੰਦੀ ਸੀ ਅਤੇ ਤਾਂ ਕਰਕੇ ਉਹਨਾਂ ਦਾ ਮੁੱਲ ਜ਼ਿਆਦਾ ਹੁੰਦਾ ਸੀ। ਪਰ ਮਸ਼ੀਨਾਂ ਦੁਆਰਾ ਬਣੇ ਮਾਲ ਦਾ ਮੁੱਲ ਘੱਟ ਹੁੰਦਾ ਸੀ। ਨਵੀਂ ਪੀੜ੍ਹੀ ਦੇ ਲੋਕ ਲਘੂ ਉਦਯੋਗਾਂ ਦੁਆਰਾ ਤਿਆਰ ਕੀਤੇ ਗਏ ਮਾਲ ਨੂੰ ਪਸੰਦ ਨਹੀਂ ਕਰਦੇ ਸਨ। ਜਿਹੜੀ ਨਵੀਂ ਪੀੜ੍ਹੀ ਸੀ ਉਹਨਾਂ 'ਤੇ ਪੱਛਮੀ ਸੱਭਿਆਚਾਰ ਦਾ ਪ੍ਰਭਾਵ ਪੈ ਚੁੱਕਿਆ ਸੀ। ਇਸ ਕਰਕੇ ਉਹ ਲਘੂ ਛੋਟੇ ਉਦਯੋਗਾਂ ਦੁਆਰਾ ਬਣੇ ਮਾਲ ਨੂੰ ਪਸੰਦ ਨਹੀਂ ਕਰਦੇ ਸਨ। ਤਾਂ ਸਭ ਤੋਂ ਹੋਰ ਜਿਹੜਾ ਵੱਡਾ ਕਾਰਨ ਸੀ ਉਹ ਸੀ ਭਾਰਤ ਤੋਂ ਕੱਚਾ ਮਾਲ ਇੰਗਲੈਂਡ ਜਾਣਾ। ਇੰਗਲੈਂਡ ਦੇ ਵਿੱਚ ਉਦਯੋਗਿਕ ਕ੍ਰਾਂਤੀ 18ਵੀਂ ਸਦੀ ਵਿੱਚ ਇੰਗਲੈਂਡ ਵਿੱਚ ਉਦਯੋਗਿਕ ਕ੍ਰਾਂਤੀ ਆਈ ਸੀ। ਤਾਂ ਉੱਥੋਂ ਦੇ ਉਦਯੋਗਾਂ ਨੂੰ ਕੱਚੇ ਮਾਲ ਦੀ ਜ਼ਰੂਰਤ ਸੀ। ਤਾਂ ਕੱਚਾ ਮਾਲ ਭਾਰਤ ਤੋਂ ਜਾਣ ਲੱਗਾ ਅਤੇ ਉੱਥੋਂ ਬਣਿਆ ਤਿਆਰ ਮਾਲ ਸਸਤੀ ਕੀਮਤ 'ਤੇ ਭਾਰਤ ਵਿੱਚ ਵਿਕਣ ਲੱਗਾ। ਤਾਂ ਇਹ ਸਾਰੇ ਹੀ ਕਾਰਨ ਲਘੂ ਉਦਯੋਗਾਂ ਦੇ ਪਤਨ ਦੇ ਕਾਰਨ ਸਨ। ਅਸੀਂ ਦੋ ਲਿਖ ਸਕਦੇ ਹਾਂ, ਦੇਸੀ ਰਿਆਸਤਾਂ ਦੀ ਸਮਾਪਤੀ ਅਤੇ ਮਸ਼ੀਨੀ ਵਸਤਾਂ ਦੀ ਸਫਾਈ ਵੱਧ ਹੋਣਾ, ਭਾਵ ਮਸ਼ੀਨੀ ਵਸਤਾਂ ਤੋਂ ਬਣੇ ਤਿਆਰ ਮਾਲ ਦੀ ਸਫਾਈ ਵੱਧ ਹੋਣਾ। ਇਸ ਤੋਂ ਅਗਲਾ ਕੁਐਸਚਨ, ਭਾਰਤ ਦੇ ਲਘੂ ਉਦਯੋਗਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਦੀ ਕੀਮਤ ਕਿਉਂ ਵੱਧ ਹੁੰਦੀ ਸੀ। ਵਾਈ ਦਾ ਗੁਡਸ ਮੇਡ ਬਾਏ ਸਮਾਲ ਸਕੇਲ ਇੰਡਸਟਰੀਜ਼ ਵਰ ਐਕਸਪੈਂਸਿਵ ਇਨ ਇੰਡੀਆ। ਕਿਉਂਕਿ ਉਹਨਾਂ ਨੂੰ ਤਿਆਰ ਕਰਨ ਲਈ ਵੱਧ ਮਿਹਨਤ ਕਰਨੀ ਪੈਂਦੀ ਸੀ। ਬਿਕੋਜ਼ ਮੋਰ ਲੇਬਰ ਵਾਜ਼ ਨੀਡਡ ਟੂ ਪ੍ਰਪੇਅਰ ਦੈਮ। ਉਹਨਾਂ ਨੂੰ ਤਿਆਰ ਕਰਨ 'ਤੇ ਜ਼ਿਆਦਾ ਦਿਨ ਲੱਗਦੇ ਸਨ ਅਤੇ ਜ਼ਿਆਦਾ ਮਿਹਨਤ ਕਰਨੀ ਪੈਂਦੀ ਸੀ, ਇਸ ਲਈ ਉਹਨਾਂ ਦੀ ਕੀਮਤ ਜ਼ਿਆਦਾ ਹੁੰਦੀ ਸੀ। ਆਧੁਨਿਕ ਭਾਰਤੀ ਉਦਯੋਗ। ਅੰਗਰੇਜ਼ੀ ਸ਼ਾਸਨ ਸਮੇਂ ਭਾਰਤ ਵਿੱਚ ਬਹੁਤ ਸਾਰੇ ਨਵੇਂ ਉਦਯੋਗਾਂ ਦੀ ਸਥਾਪਨਾ ਹੋਈ, ਜਿਨ੍ਹਾਂ ਵਿੱਚੋਂ ਭਾਰਤ ਵਿੱਚ ਸੂਤੀ ਕੱਪੜੇ ਦਾ ਉਦਯੋਗ। ਪਹਿਲਾ ਉਦਯੋਗ ਕਦੋਂ ਅਤੇ ਕਿੱਥੇ ਲਗਾਇਆ ਗਿਆ ਸੀ। ਵੇਅਰ ਐਂਡ ਵੈਨ ਦਾ ਫਸਟ ਕਾਟਨ ਇੰਡਸਟਰੀ ਵਾਜ਼ ਸੈਟ ਅਪ ਇਨ ਇੰਡੀਆ। ਭਾਰਤ ਵਿੱਚ ਸੂਤੀ ਕੱਪੜੇ ਦਾ ਉਦਯੋਗ ਕਦੋਂ ਅਤੇ ਕਿੱਥੇ ਲਗਾਇਆ ਗਿਆ। ਤਾਂ 1853 ਵਿੱਚ ਮੁੰਬਈ ਵਿੱਚ ਲਗਾਇਆ ਗਿਆ। The first cotton factory in India was set up in 1853 AD, 1853 in Bombay.
ਮੁੰਬਈ ਦੇ ਵਿੱਚ ਸਭ ਤੋਂ ਪਹਿਲਾਂ ਸੂਤੀ ਕੱਪੜਾ ਦਾ ਪਹਿਲਾ ਕਾਰਖਾਨਾ ਲਗਾਇਆ ਗਿਆ। ਉਸ ਤੋਂ ਬਾਅਦ ਹੋਰ ਵੀ ਕਈ ਜਗ੍ਹਾ 'ਤੇ ਲਗਾਏ, ਅਹਿਮਦਾਬਾਦ, ਨਾਗਪੁਰ, ਪਰ ਸਭ ਤੋਂ ਪਹਿਲਾਂ 1853 ਈਸਵੀ ਵਿੱਚ ਮੁੰਬਈ ਵਿੱਚ ਲਗਾਇਆ ਗਿਆ, ਮੁੰਬਈ ਦੇ ਵਿੱਚ ਲਗਾਇਆ ਗਿਆ। ਭਾਰਤ ਵਿੱਚ ਪਹਿਲਾ ਪਟਸਨ ਦਾ ਉਦਯੋਗ ਕਦੋਂ ਅਤੇ ਕਿੱਥੇ ਲਗਾਇਆ ਗਿਆ? ਵੇਅਰ ਐਂਡ ਵੈਨ ਦਾ ਫਸਟ ਜੂਟ ਇੰਡਸਟਰੀ ਵਾਸ ਸੈਟ ਅਪ ਇਨ 1854 ਵਿੱਚ ਸਹਿਰਨਪੁਰ। ਜੋ ਬੰਗਾਲ ਹੈ, ਬੰਗਾਲ ਦੀ ਖਾੜੀ ਦੇ ਕਾਰਨ ਬੰਗਾਲ ਦੇ ਵਿੱਚ ਜੋ ਮੌਸਮ ਹੈ ਉਹ ਸਿੱਲਾ ਹੈ, ਗਰਮ ਹੈ, ਤਾਂ ਜੋ ਪਟਸਨ ਹੈ, ਪਟਸਨ ਦੀ ਫਸਲ ਨੂੰ ਸਿੱਲਾ ਅਤੇ ਗਰਮ ਮੌਸਮ ਚਾਹੀਦਾ, ਵੈਟ ਮੌਸਮ, ਵੈਟ ਐਂਡ ਹੌਟ। ਤਾਂ ਜੋ ਬੰਗਾਲ ਹੈ, ਬੰਗਾਲ ਦੇ ਵਿੱਚ ਪਟਸਨ ਦੀ ਖੇਤੀ ਬਹੁਤ ਜ਼ਿਆਦਾ ਅੱਜ ਕੱਲ੍ਹ ਵੀ ਹੁੰਦੀ ਹੈ, ਪਹਿਲਾਂ ਵੀ ਹੁੰਦੀ ਸੀ। ਤਾਂ 1854 ਵਿੱਚ ਸਹਿਰਨਪੁਰ ਬੰਗਾਲ ਵਿੱਚ, ਸਹਿਰਨਪੁਰ ਬੰਗਾਲ ਵਿੱਚ, ਅਤੇ ਨਾਲ ਨਾਲ ਜੋ ਮਸ਼ੀਨਾਂ ਸਨ ਉਹਨਾਂ ਨੂੰ ਵੀ ਨਵੀਂ, ਕਿਉਂਕਿ ਜੇਕਰ ਧਾਗਾ ਜ਼ਿਆਦਾ ਖੁਸ਼ਕ ਹੋ ਜਾਵੇਗਾ ਤਾਂ ਉਹ ਮਸ਼ੀਨਾਂ ਵਿੱਚ ਨਹੀਂ ਚੱਲੇਗਾ, ਇਸ ਲਈ ਨਵੀਂ ਦਾ ਵੀ ਖਿਆਲ ਰੱਖਿਆ ਜਾਂਦਾ ਸੀ। ਉਸੇ ਹਿਸਾਬ ਨਾਲ ਇਹ ਉਦਯੋਗ ਲਗਾਏ ਜਾਂਦੇ ਸਨ। 1854 ਈਸਵੀ ਵਿੱਚ ਸਹਿਰਨਪੁਰ ਵਿੱਚ, ਸਹਿਰਨਪੁਰ ਬੰਗਾਲ 1854 AD। ਭਾਰਤ ਵਿੱਚ ਕੌਫੀ ਦਾ ਪਹਿਲਾ ਬਾਗ ਕਦੋਂ ਅਤੇ ਕਿੱਥੇ ਲਗਾਇਆ ਗਿਆ? ਭਾਰਤ ਵਿੱਚ ਕੌਫੀ ਦਾ ਬਾਗ ਪਹਿਲਾ ਕਦੋਂ ਅਤੇ ਕਿੱਥੇ? ਵੇਅਰ ਐਂਡ ਵੈਨ ਦਾ ਫਸਟ ਕੌਫੀ ਗਾਰਡਨ ਵਾਸ ਸੈਟ ਅਪ ਇਨ 1840 1840 ਵਿੱਚ। 1840 ਵਿੱਚ ਦੱਖਣੀ ਭਾਰਤ ਵਿੱਚ ਕੌਫੀ ਦਾ ਪਹਿਲਾ ਬਾਗ ਲਗਾਇਆ ਗਿਆ ਇਨ 1840 AD ਇਨ ਸਾਊਥ ਇੰਡੀਆ। ਦੱਖਣੀ ਭਾਰਤ ਵਿੱਚ ਕੌਫੀ ਦਾ ਪਹਿਲਾ ਬਾਗ ਜਿਵੇਂ ਕਰਨਾਟਕਾ, ਕੇਰਲਾ ਅਜਿਹੇ ਖੇਤਰਾਂ ਵਿੱਚ ਲਗਾਇਆ ਗਿਆ 1840 ਈਸਵੀ ਦੇ ਵਿੱਚ। ਚਾਹ ਦਾ ਪਹਿਲਾ ਬਾਗ ਕਦੋਂ ਅਤੇ ਕਿੱਥੇ ਲਗਾਇਆ ਗਿਆ? ਵੇਅਰ ਐਂਡ ਵੈਨ ਦਾ ਫਸਟ ਟੀ ਗਾਰਡਨ ਵਾਸ ਸੈਟ ਅਪ। ਤਾਂ ਚਾਹ ਦਾ ਪਹਿਲਾ ਬਾਗ 1852 ਈਸਵੀ ਵਿੱਚ ਅਸਾਮ ਵਿੱਚ। 1834 1834 AD 1834 ਵਿੱਚ ਅਸਾਮ ਵਿੱਚ ਟੀ ਕੰਪਨੀ ਦੀ ਸਥਾਪਨਾ ਕੀਤੀ ਗਈ ਸੀ, ਅਤੇ 1852 ਵਿੱਚ ਅਸਾਮ ਵਿੱਚ ਅੰਗਰੇਜ਼ਾਂ ਨੇ ਚਾਹ ਦਾ ਪਹਿਲਾ ਬਾਗ ਲਗਾਇਆ ਸੀ। ਉਸ ਤੋਂ ਬਾਅਦ ਹੋਰ ਵੀ ਕਈ ਜਗ੍ਹਾ 'ਤੇ ਬਾਗ ਲਗਾਏ ਗਏ, ਤਾਂ 1852 ਵਿੱਚ ਅਸਾਮ ਵਿੱਚ ਪਹਿਲਾ ਚਾਹ ਦਾ ਬਾਗ ਲਗਾਇਆ ਗਿਆ, ਅਤੇ ਅਸਾਮ ਵਿੱਚ ਟੀ ਕੰਪਨੀ ਦੀ ਸਥਾਪਨਾ 1834 ਈਸਵੀ ਵਿੱਚ ਕੀਤੀ ਗਈ ਸੀ। ਜੇਕਰ ਤੁਹਾਨੂੰ ਕਦੇ ਇਹ ਕੁਐਸਚਨ ਵੀ ਆ ਜਾਏ। ਹੁਣ ਤੱਕ ਅਸੀਂ ਪੜ੍ਹਿਆ ਸੂਤੀ ਕੱਪੜੇ ਦਾ ਪਹਿਲਾ ਕਾਰਖਾਨਾ ਲਗਾਇਆ 1853 ਦੇ ਵਿੱਚ 1853 ਮੁੰਬਈ ਵਿੱਚ। ਪਟਸਨ ਦਾ 1854 ਵਿੱਚ ਪੱਛਮੀ ਬੰਗਾਲ ਦੇ ਸਹਿਰਨਪੁਰ 'ਚ, ਅਤੇ ਆਪਣਾ ਕੌਫੀ ਦਾ 1840 ਵਿੱਚ ਦੱਖਣੀ ਭਾਰਤ ਵਿੱਚ। ਚਾਹ ਦਾ 1852 ਈਸਵੀ ਵਿੱਚ, ਚਾਹ ਦਾ 1852 ਈਸਵੀ ਵਿੱਚ ਅਸਾਮ ਵਿੱਚ। 1834 ਈਸਵੀ ਵਿੱਚ ਅਸਾਮ ਵਿੱਚ ਟੀ ਕੰਪਨੀ ਦੀ ਸਥਾਪਨਾ ਵੀ ਕੀਤੀ ਗਈ ਸੀ, ਤਾਂ 1852 ਵਿੱਚ ਅਸਾਮ ਵਿੱਚ ਪਹਿਲਾ ਚਾਹ ਦਾ ਬਾਗ ਲਗਾਇਆ ਗਿਆ। 19ਵੀਂ ਸਦੀ ਵਿੱਚ ਲਘੂ ਉਦਯੋਗਾਂ ਦੇ ਪਤਨ ਬਾਰੇ ਲਿਖੋ। ਅੰਗਰੇਜ਼ੀ ਰਾਜ ਦੀ ਸਥਾਪਨਾ ਹੋਣ ਕਰਕੇ ਪਿੰਡਾਂ ਦੇ ਲੋਕ ਵੀ ਅੰਗਰੇਜ਼ੀ ਕਾਰਖਾਨਿਆਂ ਵਿੱਚ ਤਿਆਰ ਵਧੀਆ ਅਤੇ ਟਾਈਪਿੰਗ ਮਿਸਟੇਕ ਤੱਤਾ ਕਰ ਲਿਓ ਚਿੱਠਾ ਕਠਿਨ ਵਧੀਆ ਅਤੇ ਸਸਤੀਆਂ ਵਸਤਾਂ ਦੀ ਵਰਤੋਂ ਕਰਨ ਲੱਗ ਪਏ ਸਨ। With the establishment of British rule, the people of villages also started using the best and cheapest products made in the English factories. ਪਿੰਡਾਂ ਦੇ ਲੋਕ ਵੀ, ਜਿਹੜੇ ਪਿੰਡ ਲਘੂ ਉਦਯੋਗਾਂ ਦਾ ਆਧਾਰ ਸਨ, ਅਤੇ ਉਹੀ ਜਦੋਂ ਲੋਕ ਮਸ਼ੀਨਾਂ ਦਾ ਬਣਿਆ ਮਾਲ ਵਰਤਣ ਲੱਗ ਗਏ ਤਾਂ ਲਘੂ ਉਦਯੋਗ ਕਿੱਥੇ ਤੱਕ ਰਹਿੰਦੇ। ਤਾਂ ਇਹ ਲਘੂ ਉਦਯੋਗਾਂ ਦੇ ਪਤਨ ਦਾ ਮੁੱਖ ਕਾਰਨ ਸੀਗੇ। ਪਿੰਡਾਂ ਦੇ ਲੋਕ ਖੁਦ ਹੀ ਅੰਗਰੇਜ਼ੀ ਕਾਰਖਾਨਿਆਂ ਵਿੱਚ ਤਿਆਰ ਵਧੀਆ ਅਤੇ ਸਸਤੀਆਂ ਵਸਤਾਂ ਦੀ ਵਰਤੋਂ ਕਰਨ ਲੱਗ ਪਏ ਸਨ।
ਨੀਲ ਉਦਯੋਗ ਦਾ ਵਰਣਨ ਕਰੋ। ਨੀਲ ਉਦਯੋਗ ਬਾਰੇ ਦੱਸਣਾ ਹੈ। ਰਾਈਟ ਏ ਨੋਟ ਔਨ ਇੰਡੀਗੋ। ਇੰਡੀਗੋ ਭਾਵ ਨੀਲ। 18ਵੀਂ ਸਦੀ ਦੇ ਅੰਤ ਵਿੱਚ ਯੂਰਪੀਅਨ ਨੇ ਬਿਹਾਰ ਅਤੇ ਬੰਗਾਲ ਵਿੱਚ ਨੀਲ ਦੀ ਖੇਤੀ ਸ਼ੁਰੂ ਕੀਤੀ ਅਤੇ ਵੱਡੇ ਵੱਡੇ ਬਾਗ ਲਗਾ ਕੇ ਭਾਰਤੀਆਂ ਨੂੰ ਕੰਮ 'ਤੇ ਲਗਾਇਆ। The production of indigo started in Bengal and Bihar by the end of 18th century. Indian people were put to work in the big indigo plantation set up by the European. ਜਿਹੜੇ ਬਾਗ ਸੀ, ਬਾਗ ਲਾਏ ਸੀ ਯੂਰਪੀਅਨ ਲੋਕਾਂ ਨੇ, ਅਤੇ ਕੰਮ ਕੌਣ ਕਰਦਾ ਸੀ? ਘੱਟ ਮਜ਼ਦੂਰੀ 'ਤੇ ਭਾਰਤੀ। ਅਤੇ ਕਿੱਥੇ ਲਗਾਏ ਗਏ ਸਨ? ਬੰਗਾਲ ਅਤੇ ਬਿਹਾਰ ਦੇ ਵਿੱਚ। ਕਦੋਂ? 18ਵੀਂ ਸਦੀ ਦੇ ਅੰਤ ਵਿੱਚ। ਲਗਾਏ ਕਿਹਨਾਂ ਨੇ? ਯੂਰਪੀਅਨ ਲੋਕਾਂ ਨੇ, ਅੰਗਰੇਜ਼ ਲੋਕਾਂ ਨੇ। ਹੇਠ ਲਿਖੇ ਖਾਲੀ ਸਥਾਨ ਭਰੋ। ਦੇਸੀ ਰਿਆਸਤਾਂ ਦੇ ਰਾਜੇ ਮਹਾਰਾਜੇ ਲਘੂ ਉਦਯੋਗਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਦੀ ਵਰਤੋਂ ਕਰਦੇ ਸਨ। The kings of the princely states used to use the things made by small scale industry. ਦੇਸੀ ਰਿਆਸਤ ਕਿਹਨੂੰ ਕਿਹਾ ਜਾਂਦਾ? ਤਾਂ ਅੰਗਰੇਜ਼ਾਂ ਨੇ ਭਾਰਤ ਦੇ ਇਲਾਕਿਆਂ ਉੱਤੇ ਹੌਲੀ ਹੌਲੀ ਅਧਿਕਾਰ ਕਰ ਲਿਆ ਸੀ। ਤਾਂ ਉਸ ਅਧਿਕਾਰ ਦੇ ਕਰਕੇ, ਉਸ ਅਧਿਕਾਰ ਹੋਣ ਦੇ ਕਾਰਨ ਉਸ ਨੂੰ ਬ੍ਰਿਟਿਸ਼ ਭਾਰਤ ਦਾ ਖੇਤਰ ਕਿਹਾ ਜਾਣ ਲੱਗਾ ਸੀ। ਪਰ ਜਿਹੜੇ ਇਲਾਕੇ ਇਹ ਜਿਹੇ ਅੰਗਰੇਜ਼ਾਂ ਦੇ ਅਧੀਨ ਨਹੀਂ ਸਨ, ਜਿੱਥੇ ਭਾਰਤੀ ਰਾਜੇ, ਦੇਸੀ ਰਾਜੇ ਰਾਜ ਕਰਦੇ ਸਨ, ਉਹਨਾਂ ਨੂੰ ਕਹਿੰਦੇ ਸੀ ਦੇਸੀ ਰਿਆਸਤ। ਉਹਨੂੰ ਕਹਿੰਦੇ ਪ੍ਰਿੰਸਲੀ ਸਟੇਟਸ, ਜਿਵੇਂ ਪਟਿਆਲਾ, ਨਾਭਾ, ਜੀਂਦ, ਇੱਥੇ ਰਾਜੇ ਰਾਜ ਕਰਦੇ ਸਨ ਅਤੇ ਇਹਨਾਂ ਨੂੰ ਦੇਸੀ ਰਿਆਸਤਾਂ ਕਹਿੰਦੇ ਸਨ। ਤਾਂ ਦੇਸੀ ਰਿਆਸਤਾਂ ਦੇ ਰਾਜੇ ਮਹਾਰਾਜੇ ਲਘੂ ਉਦਯੋਗਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਦੀ ਵਰਤੋਂ ਕਰਦੇ ਸਨ। ਸਮਾਲ ਸਕੇਲ ਇੰਡਸਟਰੀਜ਼। ਨਵੀਂ ਪੀੜ੍ਹੀ ਦੇ ਲੋਕ ਲਘੂ ਉਦਯੋਗਾਂ ਦੁਆਰਾ ਤਿਆਰ ਕੀਤੇ ਮਾਲ ਨੂੰ ਪਸੰਦ ਨਹੀਂ ਕਰਦੇ ਸਨ, ਕਿਉਂਕਿ ਉਹਨਾਂ 'ਤੇ ਪੱਛਮੀ ਪ੍ਰਭਾਵ ਪੈ ਗਿਆ ਸੀ ਅਤੇ ਬਾਕੀ ਮਸ਼ੀਨਾਂ ਦੁਆਰਾ ਤਿਆਰ ਕੀਤਾ ਮਾਲ ਸਸਤਾ ਅਤੇ ਵਧੀਆ ਹੁੰਦਾ ਸੀ। ਨਿਊ ਜਨਰੇਸ਼ਨ ਡਿਡ ਨਾਟ ਲਾਈਕ ਦਾ ਗੁੱਡਸ ਪ੍ਰਪੇਅਰਡ ਬਾਈ ਸਮਾਲ ਸਕੇਲ ਇੰਡਸਟਰੀਜ਼। ਜਿਵੇਂ ਅੱਜ ਕੱਲ੍ਹ ਜੇਕਰ ਅਸੀਂ ਦੇਖੀਏ ਤਾਂ ਜਿਹੜੀ ਸਾਡੀ ਨਵੀਂ ਪੀੜ੍ਹੀ ਹੈ ਉਹ ਪਾਟੀਆਂ ਜੀਨਾਂ ਪਾਉਣ ਲੱਗ ਪਈ ਹੈ, ਤਾਂ ਫਿਰ ਉਹ ਪਾਟੀਆਂ ਜੀਨਾਂ ਪਾਉਣ ਦੇ ਲਈ ਉਹ ਰੇਡੀਮੇਡ ਹੀ ਖਰੀਦਦੇ ਨੇ ਅਤੇ ਦਰਜੀ ਦੇ ਕੋਲ ਕੋਈ ਜਾਣ ਦੀ ਉਹਨਾਂ ਨੂੰ ਲੋੜ ਨਹੀਂ ਰਹਿੰਦੀ। ਤਾਂ ਦਰਜੀ ਦਾ ਕੰਮ ਕੀ ਹੋ ਜਾਏਗਾ? ਠੱਪ ਹੋ ਜਾਏਗਾ। ਤਾਂ ਉਹ ਵੀ ਲਘੂ ਉਦਯੋਗ ਹੀ ਹੈ, ਇੱਕ ਛੋਟਾ ਉਦਯੋਗ ਹੀ ਹੈ। ਸਾਰੇ ਨਵੇਂ ਕਾਰਖਾਨੇ ਕੋਲੇ ਦੇ ਨਾਲ ਚੱਲਦੇ ਸਨ। ਆਲ ਨਿਊ ਫੈਕਟਰੀਜ਼ ਵਰ ਰਨ ਬਾਈ ਕੋਲ। ਸਾਰੇ ਨਵੇਂ ਕਾਰਖਾਨੇ ਕਦੇ ਨਾਲ ਚੱਲਦੇ ਸੀ? ਕੋਲੇ ਦੇ ਨਾਲ ਚੱਲਦੇ ਸਨ। ਕੋਲੇ ਦੇ ਨਾਲ ਚੱਲਦੇ ਸਨ। ਫਿਰ ਰੇਲਾਂ ਚੱਲੀਆਂ, ਉਹ ਵੀ ਕਾਹਤੇ ਚੱਲਦੀਆਂ ਸੀ? ਕੋਲੇ 'ਤੇ। ਹੌਲੀ ਹੌਲੀ ਇਹਨਾਂ ਕੋਲੇ ਦੀਆਂ ਖਾਨਾਂ ਦੀ ਗਿਣਤੀ ਵੱਧਦੀ ਗਈ। ਆਲ ਨਿਊ ਫੈਕਟਰੀਜ਼ ਵਰ ਰਨ ਬਾਈ ਕੋਲ। ਸਹੀ ਜਾਂ ਗਲਤ? ਭਾਰਤੀ ਸ਼ਹਿਰਾਂ ਅਤੇ ਪਿੰਡਾਂ ਦੇ ਛੋਟੇ ਉਦਯੋਗਾਂ ਦੇ ਪਤਨ ਨਾਲ ਕਾਰੀਗਰ ਬੇਕਾਰ ਹੋ ਗਏ। ਬਿਲਕੁਲ ਸਹੀ ਹੈ, ਉਹ ਬੇਰੁਜ਼ਗਾਰ ਹੋ ਗਏ। ਆਲ ਵਰਕਰਜ਼ ਬਿਕੇਮ ਅਨਇੰਪਲੋਇਡ ਡਿਊ ਟੂ ਦਾ ਡਿਕਲਾਈਨ ਆਫ ਸਮਾਲ ਸਕੇਲ ਇੰਡਸਟਰੀਜ਼ ਇਨ ਟਾਊਨਸ ਐਂਡ ਵਿਲੇਜਿਸ। ਜੇਕਰ ਅਸੀਂ ਹੁਣ ਦੇਖੀਏ, ਸਾਡੇ ਹੁਣ ਮਹਾਂਮਾਰੀ ਚੱਲ ਰਹੀ ਹੈ ਕਰੋਨਾ ਵਾਇਰਸ ਦੀ, ਕੋਵਿਡ-19 ਦੀ, ਤਾਂ ਅਸੀਂ ਦੇਖਦੇ ਹਾਂ ਜਿਹੜੇ ਲੋਕ ਪਹਿਲਾਂ ਮਜ਼ਦੂਰੀ 'ਤੇ ਜਾਂਦੇ ਸਨ, ਕਿਸੇ ਉਦਯੋਗਾਂ ਵਿੱਚ ਲੱਗੇ ਸਨ, ਤਾਂ ਉਹਨਾਂ ਨੂੰ ਪਿਛਲੇ 3-4 ਮਹੀਨਿਆਂ ਤੋਂ ਕੋਈ ਰੁਜ਼ਗਾਰ ਨਹੀਂ ਮਿਲਿਆ। ਉਹ ਬੇਕਾਰ ਹੋਏ ਬੈਠੇ ਨੇ ਆਪਣੇ ਘਰਾਂ ਦੇ ਵਿੱਚ। ਤਾਂ ਇਹੀ ਹਾਲ ਉਦੋਂ ਹੋਇਆ ਸੀ, ਛੋਟੇ ਉਦਯੋਗਾਂ ਦਾ ਪਤਨ ਹੋ ਗਿਆ ਸੀ, ਜਿਸ ਕਰਕੇ ਪਿੰਡਾਂ ਦੇ ਛੋਟੇ ਉਦਯੋਗਾਂ ਦੇ ਪਤਨ ਨਾਲ ਕਾਰੀਗਰ ਕੀ ਹੋ ਗਏ ਸੀ? ਬੇਕਾਰ ਭਾਵ ਬੇਰੁਜ਼ਗਾਰ ਹੋ ਗਏ ਸਨ। ਇੰਗਲੈਂਡ ਵਿੱਚ ਉਦਯੋਗਿਕ ਕ੍ਰਾਂਤੀ 19ਵੀਂ ਸਦੀ ਵਿੱਚ ਆਈ। ਤਾਂ ਗਲਤ ਹੈ। ਜੋ ਇੰਗਲੈਂਡ ਦੇ ਵਿੱਚ ਉਦਯੋਗਿਕ ਕ੍ਰਾਂਤੀ ਆਈ ਸੀ, ਉਹ ਆਈ ਸੀ 18ਵੀਂ ਸਦੀ ਦੇ ਵਿੱਚ। 18ਵੀਂ ਸਦੀ ਵਿੱਚ ਆਈ ਸੀ। ਇੰਡਸਟਰੀਅਲ ਰੈਵੋਲਿਊਸ਼ਨ ਅਕਰਡ ਇਨ ਇੰਗਲੈਂਡ ਇਨ ਦਾ 19th ਸੈਂਚੁਰੀ। ਫਾਲਸ। 18ਵੀਂ ਸਦੀ ਵਿੱਚ ਆਈ ਸੀ। ਮਸ਼ੀਨਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਦੀ ਕੀਮਤ ਵੱਧ ਹੁੰਦੀ ਸੀ। ਗਲਤ। ਹੱਥੀਂ ਕੰਮ ਕਰਦੇ ਹਾਂ ਉਹਦੀ ਕੀਮਤ ਜ਼ਿਆਦਾ ਹੁੰਦੀ ਹੈ। ਮਸ਼ੀਨਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਦੀ ਕੀਮਤ ਹਮੇਸ਼ਾ ਘੱਟ ਹੋਵੇਗੀ। The rates of the small scale commodities were high. False.
18ਵੀਂ ਸਦੀ ਵਿੱਚ ਭਾਰਤ ਦਾ ਕੱਚਾ ਮਾਲ ਇੰਗਲੈਂਡ ਜਾਣ ਲੱਗਾ। 18ਵੀਂ ਸਦੀ ਵਿੱਚ, ਕਿਉਂਕਿ 18ਵੀਂ ਸਦੀ ਵਿੱਚ ਇੰਗਲੈਂਡ ਦੇ ਵਿੱਚ ਉਦਯੋਗਿਕ ਕ੍ਰਾਂਤੀ ਆਈ ਸੀ, ਤਾਂ ਭਾਰਤ ਦਾ ਕੱਚਾ ਮਾਲ ਇੰਗਲੈਂਡ ਜਾਣ ਲੱਗਾ। ਟ੍ਰਿਓ, ਇੰਡੀਅਨ ਰਾ ਮਟੀਰੀਅਲ ਬਗੇਨ ਟੂ ਐਕਸਪੋਰਟ ਹੁੰਦਾ ਜਾਣਾ, ਵੇਚਣਾ ਟੂ ਇੰਗਲੈਂਡ ਇਨ ਦਾ 18th ਸੈਂਚੁਰੀ। ਟ੍ਰਿਓ ਬਿਲਕੁਲ ਸਹੀ ਹੈ। ਸਹੀ ਮਿਲਾਨ ਕਰੋ। ਅਸਾਮ ਦੇ ਵਿੱਚ ਕੀ ਖੁੱਲ੍ਹਿਆ ਸੀ? ਟੀ ਕੰਪਨੀ। ਪਟਸਨ ਉਦਯੋਗ ਕਿੱਥੇ ਲੱਗਿਆ ਸੀ? ਬੰਗਾਲ ਦੇ ਸਹਿਰਨਪੁਰ 'ਚ। ਅਤੇ ਕੋਲੇ ਦੀਆਂ ਖਾਣਾਂ ਕਿੱਥੇ ਨੇ? ਰਾਣੀਗੰਜ। ਕੋਲੇ ਦੀਆਂ ਖਾਣਾਂ ਕਿੱਥੇ? ਰਾਣੀਗੰਜ। ਅਠਾਰਾਂ ਸੌ 54 ਈਸਵੀ ਵਿੱਚ ਰਾਣੀਗੰਜ ਵਿੱਚ ਕੋਲੇ ਦੀਆਂ 2 ਖਾਣਾਂ ਸਨ ਅਤੇ 1880 ਤੱਕ ਇਹਨਾਂ ਦੀ ਗਿਣਤੀ 56 ਹੋ ਗਈ ਸੀ ਅਤੇ 1885 ਵਿੱਚ 123 ਹੋ ਗਈ ਸੀ। ਇਸ ਤਰ੍ਹਾਂ ਅਸੀਂ ਅੱਜ ਦੀ ਇਸ ਵੀਡੀਓ ਰਾਹੀਂ ਅਸੀਂ ਨੇ ਪਾਠ ਨੰਬਰ 14 ਅਤੇ ਜੋ ਕਿ ਹੁਣ ਪਾਠ ਨੰਬਰ 11 ਹੈ, ਉਸ ਦੇ ਕੁਐਸਚਨ ਆਨਸਰ ਅਸੀਂ ਨੇ ਅੰਗਰੇਜ਼ੀ ਅਤੇ ਪੰਜਾਬੀ ਮਾਧਿਅਮ ਵਿੱਚ ਕੀਤੇ ਹਨ। ਅਤੇ ਮੇਰੀ ਉਮੀਦ ਹੈ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਵੀਡੀਓ ਸ਼ੇਅਰ ਕਰੋ ਤਾਂ ਜੋ ਉਹ ਆਪਣਾ ਕੰਮ ਚੰਗੀ ਤਰ੍ਹਾਂ ਸਮਝ ਕੇ ਕਰ ਸਕਣ। ਧੰਨਵਾਦ।